ਸੁਣੀ ਜੀ ਬਾਬਾ ਜੀ ਜਿਵੇਂ ਆਪਾਂ ਇੱਥੇ ਡੇਰੇ ਆਉਂਦੇ ਆ ਤੁਸੀਂ ਲੈ ਕੇ ਆਉਂਦੇ ਹੋ ਸਾਨੂੰ ਰੋਜ਼ ਤੁਸੀਂ ਦਰਸ਼ਨ ਦਿੰਦੇ ਹੋ ਸੱਚੇ ਪਾਤਸ਼ਾਹ ਦਿਲ ਤੇ ਕਰਦਾ ਨਾ ਜਦੋਂ ਆਪਾਂ ਘਰ ਵੀ ਭਜਨ ਤੇ ਬੈਠੀਏ ਤੇ ਤੁਹਾਡੇ ਸਾਨੂੰ ਰੋਜ਼ ਦਰਸ਼ਨ ਹੋ ਦਿਲ ਤਾਂ ਆਪਣਾ ਬਹੁਤ ਕੁਝ ਕਰਦਾ ਬੀਬਾ ਹੁਣ ਸਾਰਾ ਕੁਝ ਤਾਂ ਨਹੀਂ ਦਿਲ ਤਾਂ ਕਰਦਾ ਕਿ ਜਹਾਜ਼ਾਂ ਦੀ ਰੋਜ਼ ਸੈਰ ਕਰੀਏ ਐਸਾ ਦੀ ਗੱਲ ਨਹੀਂ ਬਾਬਾ ਜੀ ਸਿਰਫ ਤੁਹਾਡੇ ਦਰਸ਼ਨ ਬੱਚੇ ਕਹਿ ਦਿੰਦੇ ਆ ਜਿੱਦਣ ਸਿਰਫ ਰਹਿ ਜੂਗਾ ਦਰਸ਼ਨ ਫਿਰ ਜ਼ਰੂਰ ਹੋਣਗੇ ਐਸ ਵਕਤ ਨਹੀਂ ਹਲੇ ਸਿਰਫ ਹੋਇਆ ਮਰਜੀ ਏ ਤੇਰੀ ਸੋਹਣਿਆ ਸਾਡਾ ਤੇ ਕੋਈ ਜ਼ੋਰ ਨਾ ਪਾ ਦੇ ਤੂੰ ਖੈਰ ਦੀਦਾਰ ਦੀ ਖਾਲੀ ਤੋਂ ਸਾਨੂੰ ਮੋੜਨਾ ਦੀਨ ਦਿਆਲ ਦਇਆ ਕਰੋ ਇੱਕ ਬਾਬਾ ਜੀ ਮੇਰੀ ਖਾਸ਼ ਹੈ ਜਦੋਂ ਅਖੀਰ ਆਵੇ ਸਿਮਰਨ ਚੱਲੇ ਔਰ ਅੱਖਾਂ ਦੇ ਵਿੱਚ ਤੁਹਾਡਾ ਸਰੂਪ ਹੋਵੇ ਤਾਂ ਕਿ ਸਿੱਧੇ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਚਲੇ ਜਾਈਏ ਬੇਟਾ ਮਾਲਿਕ ਹਰੇਕ ਨੂੰ ਲੈਣ ਵਾਸਤੇ ਆਊਗਾ ਹਰੇਕ ਨੂੰ ਠੀਕ ਹੈ ਨਾ ਭਾਵੇਂ ਆਪਾਂ ਨਾਮ ਲਿੱਤਾ ਹੋਵੇ ਨਾ ਲਿੱਤਾ ਹੋਵੇ ਮਗਰ ਫਰਕ ਪੈਂਦਾ ਹੈ ਪਹਿਚਾਨ ਦਾ ਜਿਹਨੇ ਦਾ ਜਿੰਦਾ ਜੀ ਰਿਸ਼ਤੇ ਜੋੜ ਲਿਆ ਉਹ ਤਾਂ ਪਹਿਚਾਨ ਕਰ ਲੂਗਾ ਜਿਹਨੇ ਰਿਸ਼ਤਾ ਹੀ ਨਹੀਂ ਜੋੜਿਆ ਉਹ ਕਿੱਥੋਂ ਪਹਿਚਾਨ ਕਰੂਗਾ ਬੇਟਾ ਇੰਨਾ ਹੀ ਫਰਕ ਹੈ ਸੋ ਇਸੇ ਕਰਕੇ ਜੇ ਆਪਾਂ ਜਿੰਦੇ ਜੀ ਰਿਸ਼ਤਾ ਜੋੜ ਲਈਏ ਨਾ ਫਿਰ ਸਾਨੂੰ ਸੋਚਣ ਦੀ ਲੋੜ ਹੀ ਨਹੀਂ ਜੇ ਸਾਡੇ ਵੱਸ ਹੋਵੇ ਨਾ ਇੱਕ ਦਿਨ ਵੀ ਨਾ ਲਾਈਏ ਤੁਹਾਡੇ ਨਾਲ ਰਿਸ਼ਤਾ ਜੋੜਨ ਵਾਸਤੇ ਪਰ ਅਸੀਂ ਬੇਵਸੇ ਆ ਐਵੇਂ ਬੇਵਸੇ ਆ ਨਹੀਂ ਬੇਵਸੇ ਆ ਸੱਚੀ ਬੇਵਸੇ ਆ ਜੋ ਆਪਣੇ ਵੱਸ ਹੈ ਉਹਨਾਂ ਦਾ ਕਰ ਲਈਏ ਦਇਆ ਕਰ ਦੋ ਨਾ ਫਿਰ ਕਰੋ ਬਾਬਾ ਕਰੇ ਤੁਸੀਂ ਕਰਨੀ ਹੈ ਨਹੀਂ ਮੈਂ ਨਹੀਂ ਕਰਨੀ ਨਹੀਂ ਐਸਾ ਨਹੀਂ ਕਰੋ ਨਹੀਂ ਮੈਂ ਨਹੀਂ ਕਰਨਾ ਨਹੀਂ ਐਸਾ ਨਹੀਂ ਕਰੋ ਨਹੀਂ ਐਸਾ ਨਹੀਂ ਕਰੋ ਤੁਸੀਂ ਕਰਨੀ ਹੈ ਰਾਧਸ ਦਇਆ ਮੇਰ ਕਰਿਓ ਪਰਿਵਾਰ ਤੇ ਮੇਰ ਪ੍ਰਿਆਤ ਰੱਖਿਓ ਰਾਧਾ ਸਿੰਘ ਬਾਬਾ ਜੀ ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਆ ਜਾਂ ਕਿਸੇ ਵੀ ਚੀਜ਼ ਤੇ ਆਪਾਂ ਟਾਈਮ ਸਪੈਂਡ ਕਰਦੇ ਆ ਤਾਂ ਆਪਾਂ ਨੂੰ ਉਸ ਚੀਜ਼ ਨਾਲ ਅਟੈਚਮੈਂਟ ਹੋ ਜਾਂਦੀ ਹੈ ਤੇ ਉਸ ਟਾਈਮ ਆਪਾਂ ਜੋ ਵੀ ਆਪਣੇ ਵਿਵੇਕ ਨਾਲ ਡਿਸੀਜਨ ਲੈਂਦੇ ਆ ਤਾਂ ਉਸ ਟਾਈਮ ਆਪਾਂ ਬਹੁਤ ਖੁਸ਼ ਹੁੰਦੇ ਆ ਬਟ ਅਗਰ ਕੁਝ ਟਾਈਮ ਬਾਅਦ ਅਗਰ ਆਪਾਂ ਉਹ ਚੀਜ਼ ਨਹੀਂ ਕਰ ਪਾਉਂਦੇ ਜਾਂ ਉਹ ਚੀਜ਼ ਦੂਰ ਹੋ ਜਾਏ ਤਾਂ ਆਪਾਂ ਨੂੰ ਉਹੀ ਚੀਜ਼ ਜੋ ਪਹਿਲਾਂ ਖੁਸ਼ੀ ਮਿਲਦੀ ਸੀ ਜਾਂ ਅਟੈਚਮੈਂਟ ਜਾਂ ਭਾਵੇਂ ਕਿਸੇ ਜਗ੍ਹਾ ਨਾਲ ਹੋ ਤਾਂ ਉਹੀ ਚੀਜ਼ ਬਾਅਦ ਵਿੱਚ ਉਨਾ ਦੁੱਖ ਵੀ ਮਿਲਦਾ ਹੈ ਤਾਂ ਇਸ ਚੀਜ਼ ਤੋਂ ਸੋਲੂਸ਼ਨ ਬੇਟਾ ਇਸੇ ਕਰਕੇ ਤਾਂ ਆਪਾਂ ਨੂੰ ਰੋਜ਼ ਸਰਸੰਗ ਵਿੱਚ ਦੱਸਿਆ ਜਾਂਦਾ ਹੈ ਕਿ ਮਾਲਕ ਦੇ ਨਾਲ ਜੁੜੋ ਇਹ ਬਾਕੀ ਸਭ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਰਿਸ਼ਤੇ ਟੁੱਟਦੇ ਔਰ ਜੁੜਦੇ ਰਹਿਣਗੇ ਉਹੀ ਇੱਕ ਰਿਸ਼ਤਾ ਹੈ ਜਿਹੜਾ ਨਿਭ ਸਕਦਾ ਠੀਕ ਹੈ ਨਾ ਉਸ ਚੀਜ਼ ਦੇ ਨਾਲ ਜੁੜੀਏ ਜਿਹੜੀ ਨਿਭੇ ਜਿਹਨੇ ਨਿਭਣਾ ਹੀ ਨਹੀਂਗਾ ਉਹਨਾਂ ਚੀਜ਼ਾਂ ਦੇ ਨਾਲ ਆਉਣ ਵਕਤ ਖੁਸ਼ੀ ਦੇਣਗੀਆਂ ਜਾਣ ਵਕਤ ਦੁੱਖ ਦੇਣਗੀਆਂ ਇਹ ਰਿਸ਼ਤਾ ਹੀ ਹੈ ਮਾਲਕ ਦਾ ਕਿ ਜਿਹੜਾ ਨਿਭ ਸਕਦਾ ਸੋ ਜੇ ਆਪਾਂ ਸਿਆਣਪ ਕਰਕੇ ਸ਼ੁਰੂ ਤੋਂ ਹੀ ਉਸ ਰਿਸ਼ਤੇ ਨੂੰ ਯਾਦ ਰੱਖਾਂਗੇ ਉਹਦੇ ਨਾਲ ਜੁੜਾਂਗੇ ਤਾਂ ਹੀ ਬਖਸ਼ਿਸ਼ ਹੋਊਗੀ ਬੇਟਾ ਤੁਸੀਂ ਬਾਬਾ ਜੀ ਸਭ ਕੁਝ ਦਿੱਤਾ ਬਹੁਤ ਵਧੀਆ ਪੇਰੈਂਟਸ ਦਿੱਤੇ ਮੇਰੇ ਮਾਪੇ ਨੂੰ ਹਮੇਸ਼ਾ ਖੁਸ਼ ਰੱਖਣਾ ਹਜੂਰ ਇੱਕ ਰੂਹ ਆਪਣੇ ਪ੍ਰੀਤਮ ਨਾਲ ਗੱਲ ਕਰਦੀ ਹੈ ਇਹ ਗੁਨਾਹ ਬੇਟਾ ਗੁਨਾਹ ਤਾਂ ਕੁਝ ਵੀ ਨਹੀਂ ਮਗਰ ਸਵਾਲ ਤਾਂ ਪੈਦਾ ਇਹ ਹੁੰਦਾ ਕਿ ਗੱਲ ਕੀ ਕਰਨੀ ਹੈ ਆਪਾਂ ਠੀਕ ਹੈ ਨਾ ਹੁਣ ਬਥੇਰੇ ਉਮਰਾਂ ਨਿਕਲ ਗਈਆਂ ਗੱਲਾਂ ਕਰਦੇ ਹੋਏ ਜੀ ਹੁਣ ਕਰਨੀ ਦਾ ਵਕਤ ਹੈ ਬੇਟਾ ਸਾਰੀ ਉਮਰ ਗੱਲਾਂ 'ਚ ਗੁਜ਼ਰ ਜਾਂਦੀ ਹੈ ਆਪਣੀ ਜੀ ਸਾਰੀ ਉਮਰ ਜੇ ਬੱਚਾ ਪਲੈਨਿੰਗ ਕਰਦਾ ਰਵੇ ਕਿ ਮੈਂ ਆਹ ਕਰਨਾ ਕਰੇ ਨਾ ਤਾਂ ਫਿਰ ਕੀ ਫਾਇਦਾ ਹੋਇਆ ਉਸ ਗੱਲ ਦਾ ਹੁਣ ਆਪਾਂ ਬੇਟਾ ਇਸ ਮੁਕਾਮ ਤੇ ਪਹੁੰਚ ਗਏ ਆ ਕਿ ਬਜਾਏ ਇਹਦੇ ਕਿ ਆਪਾਂ ਅਰਦਾਸਾਂ ਜਾਂ ਬੇਨਤੀਆਂ ਕਰੀਏ ਜੀ ਹੁਣ ਕਰਨੀ ਵਿੱਚ ਜ਼ਾਹਿਰ ਕਰੀਏ ਥੋੜਾ ਜਿਹਾ ਦੱਸੋਗੇ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਹੀ ਮੇਰੀ ਓਟ ਤੂੰ ਹੀ ਮੇਰਾ ਮਾਣ ਨਹੀਂ ਕਿਰਪਾ ਬੇਟਾ ਕਿਵੇਂ ਹੋਊਗੀ ਵੱਡੇ ਮਹਾਰਾਜ ਜੀ ਕਿਹਾ ਕਰਦੇ ਸਨ ਡਾਕਟਰ ਜੌਨਸਨ ਸੀਗਾ ਜੀ ਉਹਨਾਂ ਦੇ ਵਕਤ ਤਾਂ ਉਹਨੇ ਪੁੱਛਿਆ ਸੀ ਕਿ ਪਰਮਾਰਥ ਵਿੱਚ ਸਭ ਤੋਂ ਜ਼ਰੂਰੀ ਕੀ ਚੀਜ਼ ਹੈ ਉਹਨਾਂ ਨੇ ਕਿਹਾ ਪਿਆਰ ਉਹ ਕਹਿੰਦਾ ਮੈਨੂੰ ਕਿੱਥੋਂ ਮਿਲੂਗਾ ਕਹਿੰਦੇ ਮੈਂ ਦਿੰਦਾ ਉਹ ਕਹਿੰਦਾ ਜੀ ਮੈਨੂੰ ਵੀ ਦੇ ਦਿਓ ਫਿਰ ਉਹਨਾਂ ਨੇ ਸਮਝਾਇਆ ਕਿ ਜਿਵੇਂ ਆਪਾਂ ਬਾਹਰ ਜਾ ਕੇ ਮਿਹਨਤ ਕਰਦੇ ਆਂ ਉਹਦੇ ਏਵਜ਼ ਵਿੱਚ ਆਪਾਂ ਨੂੰ ਤਨਖਾਹ ਮਿਲਦੀ ਹੈ ਜੀ ਉਸੇ ਤਰ੍ਹਾਂ ਜੇ ਤੁਸੀਂ ਮੇਰਾ ਕੰਮ ਕਰੋਗੇ ਮੇਰਾ ਕੰਮ ਕਿਹੜਾ ਹੈ ਭਜਨ ਸਿਮਰਨ ਜੀ ਤਾਂ ਉਹਦੇ ਏਵਜ਼ ਵਿੱਚ ਤੁਹਾਨੂੰ ਪਿਆਰ ਮਿਲੂਗਾ ਸੋ ਉਹ ਤਾਂ ਦੇਊਗਾ ਮਗਰ ਆਪਾਂ ਤਾਂ ਕਦਰ ਕਰੀਏ ਨਾ ਜੀ ਮਾਂ-ਬਾਪ ਨੇ ਕੁਝ ਨਾਲ ਤਾਂ ਨਹੀਂ ਲੈ ਕੇ ਜਾਣਾ ਬੱਚਿਆਂ ਨੂੰ ਵੀ ਦੇ ਕੇ ਜਾਣਾ ਜਿਹੜਾ ਬੱਚਾ ਕਦਰ ਕਰਦਾ ਉਹਨੂੰ ਛੇਤੀ ਦੇ ਦਿੰਦੇ ਆ ਜਿਹੜਾ ਕਦਰ ਨਹੀਂ ਕਰਦਾ ਹੱਥ ਖਿੱਚ ਕੇ ਰੱਖਦੇ ਆ ਕਿਤੇ ਬਰਬਾਦ ਕਰਕੇ ਨਾ ਬਹਿ ਜਾਏ ਸਾਈਂ ਅੱਜ ਤਾਂ ਦੀਦਾਰ ਰੱਜ ਕੇ ਕਰ ਲੈਣ ਦੋ ਰੱਜ
बेटा राजी दिदार भी ਆਪਾਂ बेटा अंदर करने हैं बाहर नहीं। राजस्वामी बाबा जी मेरी इतनी औकात तो नहीं है मैं आपसे कोई प्रश्न कर सकूं, लेकिन एक कन्फ्यूजन है मुझे। कन्फ्यूजन ये है कि हम आत्मा की आवाज और मन की आवाज को डिफरेंशिएट कैसे कर सकते हैं? बेटा इस वक्त ना मन हावी हुआ है, जो भी हम देख रहे हैं जो भी कर रहे हैं उस नजरिए से कर रहे हैं। अभी हम उस लायक नहीं बने कि हम आत्मा की आवाज को उसका एहसास हम कर सकें। तो जब तक हम इस फिजिकल बॉडी में है ना, इस शारीरिक बंधनों में हैं, जी बाबा। तो हमें उसका सिर्फ अंदाजा रहेगा, असल की पहचान नहीं होगी। तो भजन सिमरन इसीलिए दिया गया है कि हम इससे ऊपर उठ के हम उस रूहानियत के दायरे में आ सके। जब रूहानियत के दायरे में पहुंचेंगे ना, तब हमें उस असल आत्मा की आवाज सुनाई देगी। तो जब तक मन से आजादी नहीं होगी तो मन के दायरे में रहेंगे बेटा। जी। और सर कंफ्यूजन ये है कि जैसे लोग सत्संगी भी हैं और नॉन सत्संगी भी हैं, तो ये लोग एक दूसरे से जेलसनेस क्यों करते हैं सर? कुछ सत्संगी लोग भी हैं जो नहीं बेटा देखो, सत्संगी बनने के साथ कोई संत नहीं बन जाता। नाम लेकर तो हम सिर्फ अपनी एक इच्छा सामने रख रहे हैं कि मैंने अपने जीवन को सुधारना है, मगर जब तक उस रास्ते के ऊपर नहीं चलेंगे, भजन सिमरन नहीं करेंगे। ये तो जैसे बच्चे को स्कूल में दाखला दिला दिया ना जी, तो अच्छे स्कूल में दाखला दिलाने के साथ तो फर्स्ट डिवीजन नहीं आ जाएगी ना, उसको आगे पढ़ाई भी करनी पड़ेगी। जी तो वैसे ही नाम लेकर तो हमने दाखला लिया है, जी अब हमें पढ़ाई करनी पड़ेगी, उस रास्ते पे चलना पड़ेगा, जी तभी जाके पास होंगे ना। जी बाबा जी। बाबा जी थोड़ी बड़ी दया है, बहुत किरपा है थोड़ी, सब कुछ ठीक है। मैं बहुत टाइम परमात्मा की किरपा च लगी रही, सिमरन भजन च धुन शब्द सुनाई देंदी है मैनू, थोड़ी एकांत च बैठी हूँ। इस टाइम सब कुछ ਹੁੰਦੇ ਹੋਏ मैं बड़ी उदास रहनी हाँ। बेटा उदासी ਤਾਂ ਚੰਗੀ ਹੈ, ਉਦਾਸ ਹੋਵਾਂਗੇ ਤਾਂ बेटा मन च विरह होगी, ਆਪਾਂ मालिक ਦੀ ਭਗਤੀ ਕਰਾਂਗੇ। ਜੇ ਸਾਰਾ ਦਿਨ ਖੁਸ਼ ਰਵਾਂਗੇ, ਦੁਨੀਆ ਵਿੱਚ ਫਸੇ ਰਵਾਂਗੇ ਤਾਂ ਕਿੱਥੋਂ ਵਿਰह ਆਊਗਾ बेटा, ਕਿੱਥੇ ਆਪਾਂ ਮਿਹਨਤ ਕਰਾਂਗੇ। ਤੁਸੀਂ ਦਇਆ ਕਰੋ ਸੱਚੇ ਪਾਤਸ਼ਾਹ। ਕੋਈ ਤੁਸੀਂ ਆਪਾਂ ਤਾਂ ਇਹਨੂੰ बेटा ਚੈਨਲਾਈਜ਼ ਕਰਨਾ ਹੈ। ਜੇ ਆਪਾਂ ਇਹ ਲੈ ਕੇ ਆਪਾਂ ਮਾਲਕ ਦੀ ਭਗਤੀ ਵਿੱਚ ਜੋੜਾਂਗੇ, ਸਗੋਂ ਹੋਰ ਬਖਸ਼ਿਸ਼ ਹੋਊ। ਪਰਿਵਾਰ ਸਾਰਾ ਮੇਰਾ ਮੈਨੂੰ ਸਮਝਾਉਂਦੇ ਆ ਨਹੀਂ ਤੁਸੀਂ ਕਿਉਂ ਨਹੀਂ ਠੀਕ ਰਹਿੰਦੇ, ਮੈਂ ਹਰ ਵਕਤ ਉਦਾਸ, ਮੈਨੂੰ ਕੁਝ ਨਹੀਂ ਚੰਗਾ ਲੱਗਦਾ। ਬਸ ਜਦੋਂ ਇਹੋ ਜਿਹਾ ਵਕਤ ਆਵੇ ਬਸ ਭਜਨ ਸਿਮਰਨ ਚ ਬਹਿ ਜਾਓ ਬੇਟਾ। 10 ਮਿੰਟ ਵੀ ਮੈਨੂੰ ਮਿਲਦੇ ਸੀ ਮੈਂ ਬੈਠ ਜਾਂਦੀ ਸੀ। ਚੰਗੀ ਗੱਲ ਹੈ ਬੇਟਾ, ਪਰ ਚੰਗੀ ਇਸ ਟਾਈਮ ਮੈਨੂੰ ਥੋੜਾ ਤੁਸੀਂ ਆਪ ਕਿਰਪਾ ਕਰੋ। ਨਹੀਂ ਆਪਾਂ ਨਹੀਂ ਫਿਕਰ, ਮੇਰੀ ਇਹਨਾਂ ਸੋਚਾਂ ਚ ਨਾ ਪਾਓ ਤੁਸੀਂ। ਡੁੱਬਦੀ ਨਈਆਂ ਨੂੰ ਪਾਰ ਲਗਾਓ। ਕੋਈ स्वामी बाबा जी जैसे हम कोई भी काम करते हैं या कुछ भी करते हैं, मन में आता है कि ये सही है और ये गलत है। जब सही चूज करते हैं तो बहुत अच्छा लगता है, लेकिन जब गलत चूज करते हैं या कुछ गलत काम हो जाता है या किसी के साथ अनजाने में बुरा हो जाता है, तो वो चीज दिमाग को, माइंड को बहुत ज्यादा तंग करती है, चाहे भजन पे बैठो या रात को सोते टाइम भी। तो उस सिचुएशन में मतलब हम ऐसा क्या करें कि हम गलत करें ही ना किसी के साथ? बेटा देखो, मालिक ने विवेक की ताकत दी है। इंसान जल्दबाजी करता है, सोच के कदम नहीं उठाता बेटा। जल्दबाजी में ये गलतियां हो जाती हैं, ठीक है ना। जानकर कुछ ना करें और कोशिश करें कि जो भी कदम उठाना है सोच विचार के उठाएं बेटा। उसके बाद नतीजा तो इंसान के हाथ में नहीं है बेटा, तो उसके बाद आगे चलें। आप जानकर किसी को दुख मत दें, किसी का माड़ा मत सोचें, मगर जिंदगी के रास्ते में अगर किसी को चोट पहुंच जाती है या कुछ हो जाता है तो फिर बेटा किस्मत समझ के आगे बढ़े। बाबा जी जैसे ध्यान तो हमारे बस की बात ही नहीं है, आप जैसे कहते हैं, जब यहाँ पे फोकस करके बैठते हैं तो सिर थोड़ा भारी हो जाता है, सिर में दर्द शुरू हो जाता है। बेटा सिर भारी तब होगा अगर आप आंखों को अंदर की तरफ मोड़ेंगे। यहाँ इन आंखों का ताल्लुक नहीं है, आंखों को तो सिर्फ बंद करना है, ख्याल को यहाँ टिकाना है। हम कई बार जोर लगाते हैं या आंखों के साथ देखने की कोशिश करते हैं, तब प्रेशर पड़ता है बेटा। आपने तो बड़े आराम से बैठकर ना सिमरन शुरू करके बस जाने देना है, बाकी सब कुछ अपने आप होगा। आपके जोर लगाने से कोई जल्दी नहीं होगा। बाबा जी इतने
बड़े हो गए हैं, जो भी हुआ लाइफ में आपकी दया मेरे से बहुत अच्छा हुआ, बहुत अच्छा परिवार मिला, बहुत अच्छे संस्कार मिले, सेवा पर आते हैं, सब जगह जुड़े हुए हैं। बस इतना देना कि आपका सिर कभी नीचे ना झुके, इतनी दया मेरे बनाए रसों। ਰਾਸੋ ਹੈ ਬਾਬਾ ਜੀ ਸਾਡੇ ਡੈਡੀ ਮੰਮੀ ਦੋਨਾਂ ਨੇ ਨਾਮਦਾਨ ਇੱਥੇ ਲਿਆ ਜੀ। ਤੇ ਡੈਡੀ ਹੁਣੇ ਜੋ ਵੀ ਅੰਦਰ ਕੁਝ ਦਿਖਦੇ ਆ ਤਾਂ ਉਹ ਕਾਪੀ ਮਤਲਬ ਕਾਪੀ ਵਿੱਚ ਲਿਖ ਦਿੰਦੇ ਜਾਂ ਰਜਿਸਟਰ ਵਗੈਰਾ ਤੇ ਬਣਾ ਦਿੰਦੇ। ਜਦ ਸਾਡੇ ਘਰ ਕੋਈ ਵੀ ਪਿੰਡ ਦਾ ਆਉਂਦਾ ਤਾਂ ਉਹਨਾਂ ਨੂੰ ਖੋਲ ਖੋਲ ਕੇ ਦੱਸਦੇ ਆ। ਇਸੇ ਚੱਕਰ ਵਿੱਚ ਉਹ ਦੋਨੋਂ ਆਪਸ ਵਿੱਚ ਹੀ ਲੜ ਪੈਂਦੇ। ਬੇਟਾ ਦੇਖੋ, ਰੋਟੀ ਖਾਂਦੇ ਆ, ਰੋਟੀ ਨੂੰ ਹਜਮ ਕਰਾਂਗੇ ਤਾਂ ਹੀ ਤਾਕਤ ਮਿਲੂਗੀ ਬੇਟਾ। ਘਰ 'ਚ ਕੋਈ ਕੀਮਤੀ ਚੀਜ਼ ਹੁੰਦੀ ਹੈ, ਆਪਾਂ ਡੌਂਡੀ ਤਾਂ ਨਹੀਂ ਪਿੱਟਦੇ, ਉਹਨੂੰ ਸੰਭਾਲ ਕੇ ਰੱਖਦੇ ਆ। ਸੋ ਬੇਟਾ ਇਹ ਚੀਜ਼ਾਂ ਨਾ ਹਜ਼ਮ ਕਰਨ ਵਾਲੀਆਂ, ਦੱਸਣ ਵਾਲੀਆਂ ਨਹੀਂ ਗੀਆਂ। ਅੱਛਾ ਬਾਬਾ, ਦੂਜਾ ਕੁਐਸਚਨ ਮੇਰਾ ਇਹ ਹੈ ਕਿ ਮੈਂ ਜਿਸ ਟਾਈਮ ਭਜਨ ਸਿਮਰਨ ਕਰਦਾ ਹਾਂ ਤਾਂ ਬਾਬਾ ਜੀ ਘਬਰਾਹਟ ਬੜੀ ਜਾਂਦੀ ਸਿਮਰਨ ਕਰਨੇ ਵੇਲੇ। ਕੁਝ ਟਾਈਮ ਤਾਂ ਠੀਕ ਰਹਿੰਦਾ ਹੈ। ਬੇਟਾ ਇਹ ਮਨ ਦੀ ਚਾਲ ਹੈ। ਮਨ ਨਾ ਇਹ ਅਲੱਗ-ਅਲੱਗ ਪ੍ਰਭਾਵ ਰੱਖੂਗਾ ਸਾਡੇ ਸਾਹਮਣੇ ਕਿ ਆਪਾਂ ਉੱਠ ਜੀਏ। ਮਨ 'ਚ ਕੋਈ ਤਾਕਤ ਨਹੀਂ। ਮਨ ਨੂੰ ਤਾਕਤ ਆਪਾਂ ਦਿੰਦੇ ਹਾਂ ਜਦੋਂ ਆਪਾਂ ਡਰ ਜਾਂਦੇ। ਤੇ ਜੇ ਆਪਾਂ ਨਹੀਂ ਡਰਾਂਗੇ ਤਾਂ ਕੀ ਕਰ ਲੂਗਾ ਬੇਟਾ? ਕੁਝ ਨਹੀਂ ਕਰ ਸਕਦਾ। ਬਾਬਾ ਜੀ ਮੈਨੂੰ ਲੈਣ ਜ਼ਰੂਰ ਆਇਆ ਨਾ। ਸੁਣ ਬਾਬਾ ਜੀ, ਤੁਹਾਡੀ ਦਇਆ ਦੇ ਨਾਲ ਜਦੋਂ ਵੀ ਅਸੀਂ ਬਿਆਸ ਸੇਵਾ ਤੇ ਆਨੇ ਆ ਤਾਂ ਸੇਵਾ ਦੇ ਬਾਅਦ ਸਾਨੂੰ ਥਕਾਵਟ ਇੰਨੀ ਹੋ ਜਾਂਦੀ ਹੈ ਕਿ ਅਸੀਂ ਭਜਨ ਸਿਮਰਨ ਨੂੰ ਉਨਾ ਟਾਈਮ ਨਹੀਂ ਦੇ ਪਾਉਂਦੇ ਔਰ ਫਿਰ ਦਰਸ਼ਨਾਂ ਨੂੰ ਹੀ ਦਿਲ ਕਰਦਾ ਹੈ। ਤਾਂ ਸਿਮਰਨ ਉਨਾ ਨਹੀਂ ਹੋ ਪਾਉਂਦਾ ਤਾਂ ਅਸੀਂ ਇਹਨਾਂ ਹਾਲਾਤਾਂ ਵਿੱਚ ਕਿਹੜੀ ਚੀਜ਼ ਨੂੰ ਪਹਿਲ ਦੇਈਏ? ਨਹੀਂ ਬੇਟਾ ਦੇਖੋ, ਥੋੜਾ ਜਿਹਾ ਬੈਲੈਂਸ ਰੱਖਣਾ ਚਾਹੀਦਾ। ਇਨਸਾਨ ਇੱਕ ਤਰਫਾ ਹੋ ਜਾਂਦਾ, ਜਿਹੜੀ ਚੀਜ਼ ਦੇ ਮਗਰ ਲੱਗਦਾ ਨਾ ਬਸ ਉਹਦੇ ਲੱਗ ਕੇ ਕਰੀ ਜਾਂਦਾ। ਮਕਸਦ ਕੀ ਹੈ ਸੇਵਾ ਦਾ ਬੇਟਾ? ਮਕਸਦ ਸੇਵਾ ਦਾ, ਬਾਹਰਲੀ ਸੇਵਾ ਦਾ ਹੈ ਕਿ ਮਾਹੌਲ ਬਣੇ ਕਿ ਭਜਨ ਸਿਮਰਨ ਕਰ ਸਕੀਏ। ਹੁਣ ਦੇਖੋ, ਖਿਲਾੜੀ ਹੈ, ਉਹਨੇ ਖੇਲ ਖੇਲਣਾ। ਖੇਲ ਚੰਗਾ ਖੇਲਣ ਵਾਸਤੇ ਕਸਰਤ ਕਰਦਾ, ਮਗਰ ਜੇ ਕਸਰਤ ਕਰਕੇ ਹੀ ਥੱਕ ਜੇ ਔਰ ਖੇਲ ਨਾ ਖੇਲੇ ਤਾਂ ਮਕਸਦ ਕੀ ਸੀ ਬੇਟਾ? ਬਾਬਾ ਜੀ, ਮੇਰਾ ਇੱਕ ਗੱਲ ਹੋਰ, ਦੁਨੀਆ ਦੇ ਅੰਦਰ ਕੋਈ ਸਾਡੀ ਥੋੜੀ ਬਹੁਤ ਮਦਦ ਕਰੇ ਜਾਂ ਨਾ ਕਰੇ, ਉਹ ਜਤਾਉਂਦੇ ਜ਼ਿਆਦਾ ਨੇ। ਔਰ ਬਾਬਾ ਜੀ, ਤੁਸੀਂ ਸਾਡੇ ਲਈ ਸਾਰਾ ਕੁਝ ਕਰਦੇ ਹੋ ਪਰ ਤੁਸੀਂ ਜਤਾਇਆ ਨਹੀਂ ਕਦੇ ਵੀ। ਇਹ ਬੇਟਾ ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ। ਤੁਸੀਂ ਮੇਰੇ ਵਾਸਤੇ ਇੰਨਾ ਕੁਝ ਕਰਦੇ ਹੋ ਬੇਟਾ। ਇਹ ਰਿਸ਼ਤਾ ਇੱਕ ਤਰਫਾ ਨਹੀਂ ਹੋ ਸਕਦਾ। ਜੋ ਮੇਰੇ ਵਾਸਤੇ ਚ ਹੈ ਮੈਂ ਕਰਦਾ, ਜੋ ਤੁਹਾਡੇ ਵਾਸਤੇ ਚ ਹੈ ਤੁਸੀਂ ਕਰਦੇ ਹੋ। ਤਾਂ ਹੀ ਆਪਣੀ ਗੱਡੀ ਚੱਲ ਰਹੀ ਹੈ ਨਾ। ਇੱਕ ਪਹੀਏ ਦੇ ਨਾਲ ਨਹੀਂ ਗੱਡੀ ਚੱਲ ਸਕਦੀ। ਉਹ ਚਾਰੇ ਪਹੀਏ ਇਕੱਠੇ ਚੱਲਣਗੇ ਤਾਂ ਗੱਡੀ ਅੱਗੇ ਚੱਲਦੀ ਹੈ। ਸੋ ਆਪਾਂ ਸਾਰੀ ਗੱਡੀ ਦੇ ਪਹੀਏ ਹੈ, ਹਰੇਕ ਨੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ। ਬਾਬਾ ਜੀ, ਪਰਿਵਾਰ ਤੇ ਦਇਆ ਮੇਰ ਰੱਖਣਾ ਜੀ।